ਇੱਕ ਕਹਾਣੀ। ਇੱਕ ਸੀ ਰਾਜੂ। ਰਾਜੂ ਨੇ ਆਪਣੇ ਘਰ ਵਿੱਚ ਬਹੁਤ ਸਾਰੇ ਮੁਰਗੇ ਤੇ ਕੁੱਤੇ ਰੱਖੇ ਹੋਏ ਸਨ। ਉਹ ਇੱਕ ਸਰਲ ਘਰ ਦਾ ਆਦਮੀ ਸੀ, ਬਹੁਤ ਇਮਾਨਦਾਰ, ਬਹੁਤ ਬੁੱਧੀਮਾਨ, ਬਹੁਤ ਮਿਹਨਤੀ, ਲੇਕਿਨ ਉਹ ਅੱਜਕੱਲ ਆਰਥਿਕ ਮੁਸ਼ਕਿਲ ਤੋਂ ਗੁਜ਼ਰ ਰਿਹਾ ਸੀ। ਉਸ ਦੇ ਘਰ ਦੇ ਨਾਲ ਇੱਕ ਗੁਆਂਢੀ ਸੀ। ਉਸ ਕੋਲ ਰਾਜੂ ਜਿੰਨੀ ਸੰਪਤੀ ਤੇ ਲਗਭਗ ਉਸ ਜਿੰਨੇ ਪੈਸੇ ਸਨ, ਪਰ ਉਹ ਬਹੁਤ ਕੰਜੂਸ, ਬਹੁਤ ਲਾਲਚੀ ਤੇ ਅਨਪੜ੍ਹ ਵੀ ਸੀ। ਰਾਜੂ ਤਾਂ ਫਿਰ ਵੀ 12ਵੀਂ ਪਾਸ ਸੀ, ਪਰ ਰਮੇਸ਼, ਉਸ ਦਾ ਗੁਆਂਢੀ, ਦੂਜੀ ਤੱਕ ਪੜ੍ਹਿਆ ਹੋਇਆ ਸੀ। ਇੱਕ ਦਿਨ ਇੱਕ ਰਾਜੇ ਦੇ ਮਹਿਲ ਵਿੱਚ ਇੱਕ ਮੁੱਦੇ ਤੇ ਚਿੰਤਾ ਬਣੀ ਹੋਈ ਸੀ ਕਿ ਅਨਾਜ ਘਰ ਦੀ ਰੱਖਿਆ ਦਾ ਮੁੱਦਾ ਸੀ। ਅਨਾਜ ਘਰ ਦੇ ਲਈ 50 ਸਿਪਾਹੀ ਚਾਹੀਦੇ ਸਨ, ਪਰ ਉਪਲਬਧ ਵੀ ਹੀ ਸਨ। ਬਾਕੀਆਂ ਦਾ ਪ੍ਰਬੰਧ ਕਰਨਾ ਥੋੜਾ ਮੁਸ਼ਕਿਲ ਸੀ, ਕਿਉਂਕਿ ਰਾਜ ਦੇ ਆਮ ਘਰ ਵਾਲੇ ਵੀ ਵਧੀਆ ਧਨ ਕਮਾ ਰਹੇ ਸਨ। ਰਾਜਾ ਵੀ ਇਸ ਮੁੱਦੇ ਤੇ ਥੋੜਾ ਚਿੰਤਾ ਵਿੱਚ ਸੀ, ਕਿਉਂਕਿ ਜੇਕਰ ਅਨਾਜ ਘਰ ਦੇ ਸਿਪਾਹੀ ਪੂਰੇ ਨਹੀਂ ਹੁੰਦੇ ਹਨ ਤਾਂ ਅਨਾਜ ਘਰ ਵਿੱਚ ਬੜੇ ਵੱਡੇ ਪੱਧਰ ਤੇ ਚੋਰੀ ਹੋ ਸਕਦੀ ਹੈ। ਅਨਾਜ ਘਰ ਵਿੱਚ 1 ਸਾਲ ਦਾ ਅਨਾਜ ਮੌਜੂਦ ਹੁੰਦਾ ਹੈ ਤੇ ਚੋਰੀ ਦਾ ਅਨੁਮਾਨ 1 ਮਹੀਨੇ ਦਾ ਰਾਸ਼ਨ ਚੋਰੀ ਹੋ ਸਕਦਾ ਹੈ, ਜਿਸ ਨਾਲ ਰਾਜ ਵਿੱਚ ਲੋਕਾਂ ਨੂੰ ਘੱਟ ਅਨਾਜ ਮਿਲੇਗਾ। ਇਸ ਸਮੱਸਿਆ ਦੇ ਹੱਲ ਲਈ ਰਾਜਾ ਨੇ ਐਲਾਨ ਕੀਤਾ ਕਿ ਅਨਾਜ ਘਰ ਦੀ ਸੁਰੱਖਿਆ ਲਈ 20 ਸਿਪਾਹੀ ਦੀ ਲੋੜ ਹੈ। ਜੇਕਰ 20 ਸਿਪਾਹੀ ਨਹੀਂ ਮਿਲਦੇ ਤਾਂ ਸਾਰੇ ਲੋਕਾਂ ਨੂੰ 30% ਘੱਟ ਅਨਾਜ ਮਿਲੇਗਾ। ਰਾਜਾ ਜਾਣਦਾ ਸੀ ਕਿ 30% ਘੱਟ ਅਨਾਜ ਦੇਣਾ ਬਹੁਤ ਖਤਰਨਾਕ ਹੈ, ਪਰ ਸਿਪਾਹੀ ਨਾ ਮਿਲਣ ਤੇ ਇਹ ਕਰਨਾ ਪੈ ਸਕਦਾ ਹੈ ਜਿਸ ਨਾਲ ਲੋਕ ਸਾਰਾ ਸਾਲ ਅਨਾਜ ਖਾ ਸਕਣ। ਇਸ ਐਲਾਨ ਨੇ 10 ਸਿਪਾਹੀ ਦਾ ਪ੍ਰਬੰਧ ਕਰ ਦਿੱਤਾ, ਪਰ ਨਾ ਹੀ ਕੋਈ ਹੋਰ ਸਿਪਾਹੀ ਬਣਨ ਲਈ ਤਿਆਰ ਨਹੀਂ ਸੀ। ਰਾਜਾ 10 ਸਿਪਾਹੀ ਹੋਰ ਆਉਣ ਤੇ ਥੋੜਾ ਬਹੁਤ ਰਾਹਤ ਮਹਿਸੂਸ ਕਰ ਰਿਹਾ ਸੀ, ਪਰ ਰਾਜ ਸਭਾ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੀ ਪਿਆ ਸੀ। ਰਾਜਾ ਨੇ ਚਿੰਤਾ ਨੂੰ ਦੇਖ ਕੇ ਐਲਾਨ ਕੀਤਾ ਕਿ ਜਿਸ ਨੂੰ ਪੈਸੇ ਦੀ ਕਮੀ ਹੈ ਉਹ ਆਪਣੀ ਇੱਕ ਤਰਕੀਬ ਦੱਸੇ ਤਾਂ ਕਿ 10 ਸਿਪਾਹੀ ਹੋਰ ਬਣ ਜਾਣਾ ਜਾਂ ਉਹਨਾਂ ਜਿਹੋ ਜੀ ਸੁਰੱਖਿਆ ਪੂਰੀ ਹੋ ਜਾਵੇ। ਇਹ ਐਲਾਨ ਬਹੁਤ ਤੇਜ਼ੀ ਨਾਲ ਹੋਇਆ। ਰਾਜਾ ਨੇ ਇੱਕ ਤਰਕੀਬ ਦੇ ਕੰਮ ਕਰਨ ਤੇ ਤਰਕੀਬ ਦੇਣ ਵਾਲੇ ਦੇ ਸਾਰੇ ਘਰ ਅਨਾਜ ਦਾ ਖਰਚਾ ਸਭ ਮਾਫ ਕਰ ਦਿੱਤਾ ਜਾਵੇਗਾ। ਅਗਲੇ ਦਿਨ 10 ਤਰਕੀਬ ਦੇਣ ਵਾਲੇ ਆ ਗਏ। ਦਰਅਸਲ ਆਏ ਤਾਂ 50 ਸਨ, ਪਰ ਇੱਕ ਬੁੱਧੀਮਾਨ ਵਿਅਕਤੀ ਨੇ ਉਹਨਾਂ ਦੀ ਤਰਕੀਬ ਦੇ ਸਵਾਲ ਚੁੱਕੇ, ਜਿਸ ਵਿੱਚ 10 ਤਰਕੀਬਾਂ ਪਾਸ ਹੋਈਆਂ। ਇੱਕ ਕਰਕੇ ਤਰਕੀਬ ਸੁਣਨ ਲਈ ਬੁਲਾਇਆ। ਇਸ ਰਾਜ ਸਭਾ ਵਿੱਚ ਬਹੁਤ ਵਿਦਵਾਨ, ਬੁੱਧੀਮਾਨ ਆਦਮੀ ਬੈਠੇ ਹੋਏ ਸਨ। ਪਹਿਲਾ ਤਰਕੀਬ ਦੇਣ ਵਾਲਾ ਆਉਂਦਾ ਹੈ ਤੇ ਤਰਕੀਬ ਦੱਸਦਾ ਹੈ ਕਿ 40 ਸਿਪਾਹੀਆਂ ਨੂੰ 10 ਸਿਪਾਹੀਆਂ ਦਾ ਕੰਮ ਵੰਡ ਦੇਣਾ ਚਾਹੀਦਾ ਹੈ। ਇੱਕ ਵਿਦਵਾਨ ਕਹਿੰਦਾ ਹੈ ਇਹ ਤਰਕੀਬ ਵਧੀਆ ਹੈ, ਪਰ 40 ਸਿਪਾਹੀਆਂ ਨੂੰ ਬਹੁਤ ਮੁਸ਼ਕਿਲ ਨਾਲ ਲਿਆਂਦਾ ਹੈ। ਜੇਕਰ ਇਹਨਾਂ ਦਾ ਕੰਮ ਵਧਾ ਦਿੱਤਾ ਜਾਵੇ ਤਾਂ ਇਸ ਸਿਪਾਹੀ ਦੀ ਨੌਕਰੀ ਨੂੰ ਛੱਡ ਦੇਣਗੇ। ਤਰਕੀਬ ਦੇਣ ਵਾਲਾ ਚੁੱਪ ਹੋ ਜਾਂਦਾ ਹੈ ਤੇ ਰਾਜਾ ਬਾਹਰ ਜਾਣ ਦਾ ਇਸ਼ਾਰਾ ਕਰਦੇ ਹਨ। ਅਗਲਾ ਤਰਕੀਬ ਦੇਣ ਵਾਲਾ ਆਉਂਦਾ ਹੈ ਤੇ ਕਹਿੰਦਾ ਹੈ 10 ਸਿਪਾਹੀਆਂ ਵਾਲੀ ਥਾਂ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਵਿਦਵਾਨ ਕਹਿੰਦਾ ਹੈ ਕਿ ਜੇਕਰ ਸਿਪਾਹੀਆਂ ਦੀ ਜਗ੍ਹਾ ਮਜ਼ਬੂਤੀ ਕੀਤੀ ਜਾਵੇਗੀ ਤਾਂ ਉਹਨਾਂ ਜਗ੍ਹਾ ਤੇ ਦਰਵਾਜ਼ੇ ਹਨ ਜੋ ਬਹੁਤ ਜ਼ਰੂਰੀ ਹਨ, ਉਹਨਾਂ ਨੂੰ ਬੰਦ ਨਹੀਂ ਕੀਤਾ ਜਾ ਸਕਦਾ। ਰਾਜਾ ਥੋੜਾ ਨਿਰਾਸ਼ ਹੁੰਦੇ ਹਨ ਕਿਉਂਕਿ ਉਹਨਾਂ ਨੂੰ ਦੂਸਰੇ ਤੇ ਕੁਝ ਉਮੀਦ ਸੀ, ਪਰ ਰਾਜਾ ਬਾਹਰ ਦਾ ਇਸ਼ਾਰਾ ਕਰਦਾ ਹੈ। ਜਿਸ ਤੇ ਤੀਸਰਾ ਤਰਕੀਬ ਦੇਣ ਵਾਲਾ ਆਉਂਦਾ ਹੈ ਤੇ ਕਹਿੰਦਾ ਹੈ 10 ਸਿਪਾਹੀ ਦੀ ਥਾਂ ਕੰਡੇ ਦੀ ਸੁਰੱਖਿਆ ਕੀਤੀ ਜਾ ਸਕਦੀ ਹੈ। ਇਸ ਨਾਲ ਰਾਜਾ ਬਾਹਰ ਜਾਣ ਦਾ ਇਸ਼ਾਰਾ ਕਰਦਾ ਹੈ, ਕਿਉਂਕਿ ਰਾਜਾ ਨੂੰ ਪਹਿਲਾਂ ਪਤਾ ਲੱਗ ਗਿਆ ਹੈ ਕਿ ਉਸ ਜਗ੍ਹਾ ਪਹਿਲਾਂ ਹੀ ਦਰਵਾਜ਼ੇ ਮੌਜੂਦ ਹਨ। ਇਸ ਨਾਲ ਰਾਜਾ ਕਹਿੰਦਾ ਹੈ ਕਿ ਕੁਝ ਵਿਦਵਾਨ ਅੱਗੇ ਜਾਣ ਤੇ ਬਾਕੀ ਬਚੇ ਤਰਕੀਬ ਦੇਣ ਵਾਲੇ ਆਦਮੀਆਂ ਦੀ ਤਰਕੀਬ ਪਤਾ ਕਰਨ ਤੇ ਜੋ ਤੁਹਾਡੇ ਜਵਾਬ ਵਧੀਆ ਤਰੀਕੇ ਦੇ ਸਕੇ ਉਸ ਨੂੰ ਲੈ ਆਓ। ਵਿਦਵਾਨ ਜਾਂਦੇ ਹਨ ਤੇ ਹਰ ਕਿਸੇ ਕੋਲ ਸਵਾਲ ਪੁੱਛਦੇ ਹਨ। ਉਸ ਲਾਈਨ ਵਿੱਚ ਰਾਘਵ, ਰਾਜੇਸ਼, ਰਮੇਸ਼, ਰਾਜੂ, ਸਦੀਕ, ਸਵਲਜ, ਕਲਵੰਤ ਆਦਿ ਸਨ। ਸਵਾਲ ਮੁਸ਼ਕਿਲ ਸਨ, ਜਿਸ ਨਾਲ ਰਾਜੂ, ਰਮੇਸ਼, ਕੁਲਵੰਤ ਹੀ ਚੰਗੇ ਜਵਾਬ ਦੇ ਚੁੱਕੇ ਸਨ। ਰਾਜਾ ਕੁਝ ਸਮੇਂ ਬਾਅਦ ਤਿੰਨੇ ਤਰਕੀਬ ਦੇਣ ਵਾਲੇ ਆਦਮੀਆਂ ਨੂੰ ਬੁਲਾਉਂਦੇ ਹਨ ਤੇ ਪੁੱਛਦੇ ਹਨ, ਤੁਹਾਡੀ ਤਰਕੀਬ ਕੀ ਹੈ? ਤੁਸੀਂ ਬਹੁਤ ਲੋਕਾਂ ਦੀ ਤਰਕੀਬਾਂ ਤੋਂ ਵਧੀਆ ਤਰਕੀਬ ਲੈ ਕੇ ਆਏ ਹੋ ਤੇ ਥੋੜਾ ਜਿਹਾ ਵਧੀਆ ਤਰਕੀਬ ਦੱਸ ਦਿਓ। ਸਭ ਤੋਂ ਪਹਿਲਾਂ ਕਲਵੰਤ ਆਉਂਦਾ ਹੈ ਤੇ ਕਹਿੰਦਾ ਹੈ ਕਿ ਮੈਂ 10 ਸਿਪਾਹੀਆਂ ਦਾ ਪ੍ਰਬੰਧ ਕਰ ਸਕਦਾ ਹਾਂ, ਪਰ ਕੁਝ ਕਾਰਨ ਹਨ ਜਿਨ੍ਹਾਂ ਤੋਂ ਤੁਹਾਡੇ ਕੋਲੋਂ ਅਨੁਮਤੀ ਚਾਹੀਦੀ ਹੈ। ਸਭ ਤੋਂ ਪਹਿਲਾਂ ਹੈ ਕਿ ਮੈਨੂੰ 70,000 ਮੋਹਰਾਂ ਚਾਹੀਦੀਆਂ ਹਨ। ਰਾਜਾ ਨੇ ਪਾਸੇ ਹਟਣ ਲਈ ਕਿਹਾ ਤੇ ਅਗਲੇ ਤਰਕੀਬ ਦੇਣ ਵਾਲੇ ਮਤਲਬ ਰਮੇਸ਼ ਨੇ ਕਿਹਾ ਮੇਰੇ ਕੋਲ 5 ਕੁੱਤੇ ਹਨ ਤੇ ਨਾਲ ਹੀ ਰਾਜੂ ਆਉਂਦਾ ਹੈ ਤੇ ਕਹਿੰਦਾ ਹੈ ਮੇਰੇ ਕੋਲ 7 ਕੁੱਤੇ ਹਨ। ਜੇਕਰ ਮੈਂ ਆਪਣੇ 5 ਕੁੱਤੇ ਤੇ ਤੁਹਾਡੇ ਆਪਣੇ ਗਵਾਂਢੀ ਰਾਮੇਸ਼ ਵੱਲ ਇਸ਼ਾਰਾ ਕਰਦਿਆਂ ਕੋਲ 5 ਕੁੱਤੇ ਹਨ, ਜਿਨ੍ਹਾਂ ਨੂੰ ਮਿਲਾ ਕੇ 10 ਕੁੱਤੇ ਬਣਦੇ ਹਨ। ਰਾਜੂ ਕਹਿੰਦਾ ਹੈ ਕਿ ਕੁੱਤੇ ਘਰ ਦੇ ਰਖਵਾਲੇ ਹੁੰਦੇ ਹਨ, ਉਹਨਾਂ ਨੂੰ ਸਹੀ ਤਰੀਕੇ ਨਾਲ ਨਸੀਹਤ ਦੇਣ ਤੇ ਬਹੁਤ ਲਾਭਦਾਇਕ ਤੇ ਸੁਰੱਖਿਆ ਕਰਨ ਵਾਲੇ ਬਣ ਸਕਦੇ ਹਨ। ਇਹਨਾਂ ਨੂੰ ਸੁਰੱਖਿਆ ਲਈ ਸਿਪਾਹੀ ਬਣਾਇਆ ਜਾ ਸਕਦਾ ਹੈ। ਤਿੰਨਾਂ ਦੀਆਂ ਗੱਲਾਂ ਸੁਣ ਕੇ ਰਾਜਾ ਕਹਿੰਦਾ ਹੈ ਕਿ ਦੋ ਇਕੱਠੇ ਤੇ ਇੱਕ ਅਲੱਗ ਹੈ। ਦਰਅਸਲ ਰਾਜਾ ਕਹਿੰਦੇ ਹਨ ਕਿ ਕਲਵੰਤ ਇਕੱਲਾ ਹੈ ਤੇ ਰਾਜੂ ਤੇ ਰਮੇਸ਼ ਇਕੱਠੇ ਹਨ। ਇਸ ਨਾਲ ਰਾਜਾ ਰਾਜ ਸਭਾ ਬੰਦ ਕਰਨ ਤੇ ਰਾਜੂ, ਕਲਵੰਤ ਤੇ ਰਮੇਸ਼ ਤੇ ਰਾਜੂ ਨੂੰ ਕੱਲ ਆਉਣ ਲਈ ਕਹਿੰਦਾ ਹੈ। ਰਾਜੂ ਤੇ ਰਮੇਸ਼ ਰਾਜੂ ਦੇ ਘਰ ਵਿੱਚ ਇਕੱਠੇ ਮਿਲਦੇ ਹਨ ਤੇ ਗੱਲਾਂ ਕਰਦੇ ਹਨ।
ਰਾਜੂ ਕਹਿੰਦਾ ਹੈ ਕਿ ਜੇਕਰ ਉਹਨਾਂ ਦੀ ਤਰਕੀਬ ਰਾਜੇ ਲਈ ਫਾਇਦੇਮੰਦ ਹੋਵੇਗੀ ਤਾਂ ਦੋਵੇਂ ਆਪਸ ਵਿੱਚ ਸਾਰੇ ਪੈਸੇ ਵੰਡ ਲੈਣਗੇ। ਇਹ ਉਹਨਾਂ ਦਾ ਅੰਤਿਮ ਵਾਕ ਸੀ ਤੇ ਉਹ ਆਪਣੇ ਆਪਣੇ ਘਰ ਜਾ ਕੇ ਸੌਂ ਜਾਂਦੇ ਹਨ। ਦੂਜੇ ਪਾਸੇ ਰਾਜਾ ਤਿੰਨ ਤਰਕੀਬ ਦੇਣ ਵਾਲੇ ਲੋਕਾਂ ਦੇ ਦਿੱਤੇ ਵਿਚਾਰ ਵਿੱਚ ਸੋਚਾਂ ਪਾ ਰਿਹਾ ਸੀ। ਰਾਜਾ ਸੋਚਦਾ ਹੋਇਆ ਕਹਿੰਦਾ ਹੈ, 10 ਕੁੱਤੇ ਤਾਂ 10 ਸਿਪਾਹ ਦੀ ਥਾਂ ਲੈ ਸਕਦੇ ਹਨ, ਪਰ ਜੇਕਰ 70,000 ਮੋਹਰਾਂ ਦੇ ਕੇ ਸਿਪਾਹੀ ਆਉਂਦੇ ਹਨ ਤਾਂ ਬਹੁਤ ਵਧੀਆ ਹੈ, ਪਰ 70,000 ਮੋਹਰਾਂ ਬਹੁਤ ਹੀ ਜ਼ਿਆਦਾ ਹਨ। ਜੇਕਰ ਉਸ ਤੋਂ ਮੋਹਰਾਂ ਕਟਵਾ ਦਿੱਤਾ ਜਾਣ ਤਾਂ ਉਸ ਨੂੰ ਦੇ ਦਿੱਤੀਆਂ ਜਾਣਗੀਆਂ, ਨਹੀਂ ਤਾਂ ਕੁੱਤੇ ਸਿਪਾਹੀਆਂ ਦੀ ਥਾਂ ਲੈ ਲੈਣਗੇ। ਇਸ ਨੂੰ ਕਹਿ ਕੇ ਰਾਜਾ ਸੋ ਜਾਂਦਾ ਹੈ। ਅਗਲੇ ਦਿਨ ਰਾਜ ਸਭਾ ਦਾ ਆਰੰਭ ਹੁੰਦਾ ਹੈ। ਥੋੜੀ ਦੇਰ ਬਾਅਦ ਰਾਜਾ ਆਉਂਦਾ ਹੈ। ਰਾਜਾ ਕਲਵੰਤ ਨੂੰ ਬੁਲਾਉਣ ਲਈ ਕਹਿੰਦਾ ਹੈ। ਕਲਵੰਤ ਰਾਜ ਸਭਾ ਵਿੱਚ ਆਉਂਦਾ ਹੈ। ਰਾਜਾ ਕਹਿੰਦਾ ਹੈ, ਤੇਰੀ ਤਰਕੀਬ ਬਹੁਤ ਵਧੀਆ ਹੈ, ਪਰ ਜੇਕਰ ਤੂੰ 70,000 ਮੋਹਰਾਂ ਤੋਂ ਘਟਾ ਕੇ 50,000 ਮੋਹਰਾਂ ਤੱਕ ਕਰ ਲੈਂਦਾ ਹੈ ਤਾਂ ਮੈਂ ਮਨਜ਼ੂਰੀ ਦਿੰਦਾ ਹਾਂ। ਕਲਵੰਤ ਸੋਚਾਂ ਵਿੱਚ ਪੈ ਗਿਆ। ਉਸ ਨੂੰ ਪਤਾ ਸੀ ਕਿ ਇਹ ਕੰਮ 40,000 ਮੋਹਰਾਂ ਵਿੱਚ ਖਤਮ ਹੋ ਜਾਵੇਗਾ, ਮਤਲਬ 10 ਸਿਪਾਹੀ ਬਾਹਰਲੇ ਰਾਜ ਤੋਂ ਬੁਲਵਾਏ ਜਾ ਸਕਦੇ ਹਨ। ਪਰ ਲਾਲਚ ਦੇ ਕਾਰਨ ਕੁਲਵੰਤ 65,000 ਮੋਹਰਾਂ ਲਈ ਕਹਿੰਦਾ ਹੈ ਕਿ ਰਾਜਾ ਜੀ 50,000 ਮੋਹਰਾਂ ਨਾਲ ਇਹ ਨਹੀਂ ਬਣਨੀ। ਮੈਂ ਜਿਸ ਕੋਲੋਂ 10 ਸਿਪਾਹੀ ਲੈਣੇ ਹਨ ਉਹ ਬਹੁਤ ਤਾਕਤਵਰ ਆਦਮੀ ਹੈ। ਮੈਂ ਕੁਝ ਪੈਸੇ ਕਟਵਾ ਸਕਦਾ ਹਾਂ, ਜਿਸ ਲਈ ਤੁਸੀਂ 5,000 ਮੋਹਰਾਂ ਘੱਟ ਦੇ ਦੇਣਾ, ਪਰ ਮੈਂ ਆਪਣੇ ਸਾਰੇ ਘਰ ਅਨਾਜ ਦਾ ਮੁੱਲ ਸਭ ਮਾਫ ਕਰਵਾਉਣਾ ਚਾਹੁੰਦਾ ਹਾਂ। ਰਾਜਾ ਤੇ ਰਾਜ ਸਭਾ ਦੇ ਵਿਦਵਾਨ ਸੋਚਾਂ ਵਿੱਚ ਪੈ ਜਾਂਦੇ ਹਨ। ਰਾਜਾ ਸੋਚਦਾ ਹੈ ਕਿ ਜੇਕਰ 65,000 ਮੋਹਰਾਂ ਵਿੱਚ ਸਿਪਾਹੀ ਆਉਂਦੇ ਹਨ ਤਾਂ ਇਹ ਬਹੁਤ ਮਹਿੰਗਾ ਰਹਿ ਜਾਏਗਾ, ਕਿਉਂਕਿ ਇੱਕ ਸਿਪਾਹੀ ਦੀ ਕੀਮਤ ਉਸ ਦੇ ਆਪਣੇ ਰਾਜ ਵਿੱਚ ਬਹੁਤ ਘੱਟ ਹੈ, ਪਰ ਸਿਪਾਹੀ ਨਹੀਂ ਮਿਲ ਰਹੇ ਤਾਂ ਇਹ ਕਦਮ ਸ਼ਾਇਦ ਉਠਾਉਣਾ ਪਵੇਗਾ। ਵਿਦਵਾਨਾਂ ਨੇ ਰਾਜਾ ਨੂੰ ਸੋਚ ਵਿੱਚ ਡੁੱਬੇ ਬਾਹਰ ਆਉਂਦੇ ਵੇਖ ਕੇ ਹਾਂ ਵਿੱਚ ਸਿਰ ਹਿਲਾ ਦਿੱਤਾ। ਰਾਜਾ ਉਹਨਾਂ ਦੇ ਹਾਂ ਤੇ ਜਵਾਬ ਤੇ ਕਹਿੰਦਾ ਹੈ, ਠੀਕ ਹੈ, ਤੈਨੂੰ ਅਸੀਂ 65,000 ਮੋਹਰਾਂ ਦੇ ਦੇਵਾਂਗੇ, ਲੇਕਿਨ 20,000 ਮੋਹਰਾਂ ਅਸੀਂ ਬਾਅਦ ਵਿੱਚ ਦੇਵਾਂਗੇ। ਮਤਲਬ ਰਾਜਾ 65,000 ਮੋਹਰਾਂ ਵਿੱਚੋਂ 45,000 ਮੋਹਰਾਂ ਸ਼ੁਰੂਆਤ ਵਿੱਚ ਦੇਣਗੇ ਤੇ 20,000 ਮੋਹਰਾਂ ਸੈਨਿਕ ਆਉਣ ਤੇ ਦੇ ਦੇਣਗੇ। ਕਲਵੰਤ ਥੋੜੇ ਸਮੇਂ ਲਈ ਸੋਚਦਾ ਹੈ ਤੇ ਬੋਲਦਾ, ਠੀਕ ਹੈ ਰਾਜਾ, ਤੁਸੀਂ ਮੈਨੂੰ 45,000 ਮੋਹਰਾਂ ਦੇ ਦਿਓ। ਇਹ ਕਹਿ ਕੇ ਕਲਵੰਤ ਚੁੱਪ ਹੋ ਜਾਂਦਾ ਹੈ। ਰਾਜਾ ਮੋਹਰਾਂ ਦੇਣ ਲਈ ਤਿਆਰ ਹੋ ਜਾਂਦਾ ਹੈ ਤੇ ਕਹਿੰਦਾ ਹੈ 45,000 ਮੋਹਰਾਂ ਕਲਵੰਤ ਦੇ ਨਾਂ ਤੇ ਦੇ ਦਿੱਤੀਆਂ ਜਾਣ। ਕਲਵੰਤ ਰਾਜ ਸਭਾ ਦੀਆਂ ਮੋਹਰਾਂ ਦੇ ਗਿਣਤੀ ਕਰਨ ਵਾਲਿਆਂ ਨਾਲ ਚਲਾ ਜਾਂਦਾ ਹੈ। ਰਾਜਾ ਰਾਜੂ ਤੇ ਰਾਜੇਸ਼ ਦੇ ਲਈ ਕਹਿੰਦਾ ਹੈ, ਉਹਨਾਂ ਨੇ ਬਹੁਤ ਵਧੀਆ ਤਰਕੀਬ ਦਿੱਤੀ, ਪਰ ਸਾਨੂੰ ਪਹਿਲਾਂ ਹੀ ਮਹਿੰਗੇ ਦਾਮ ਤੇ ਸਿਪਾਹੀ ਮਿਲ ਗਏ, ਇਸ ਲਈ ਤੁਸੀਂ ਉਹਨਾਂ ਦੇ ਘਰ ਜਾ ਕੇ ਕਹਿਣਾ ਕਿ ਰਾਜਾ ਨੇ ਕਿਹਾ ਹੈ ਕਿ ਉਹਨਾਂ ਦੀ ਤਰਕੀਬ ਬਹੁਤ ਮਹਿੰਗੀ ਸੀ, ਪਰ ਸਾਨੂੰ ਮਹਿੰਗੇ ਦਾਮ ਤੇ ਸਿਪਾਹੀ ਮਿਲ ਗਏ ਹਨ, ਪਰ ਤੁਹਾਡੀ ਤਰਕੀਬ ਵਧੀਆ ਹੋਣ ਕਾਰਨ ਜ਼ਰੂਰਤ ਦੇ ਤੁਹਾਨੂੰ ਜ਼ਰੂਰ ਬੁਲਾ ਲਿਆ ਜਾਵੇਗਾ। ਰਾਜਾ ਇਹ ਕਹਿੰਦਾ ਹੈ ਤੇ ਸਾਥ ਹੀ ਸਾਥ ਕੁਝ ਸੌ ਮੋਹਰਾਂ ਉਹਨਾਂ ਨੂੰ ਦੇਣ ਲਈ ਵੀ ਕਹਿ ਦਿੰਦਾ ਹੈ। ਰਾਜਾ ਕੁਝ ਸਮੇਂ ਬਾਅਦ ਰਾਜ ਸਭਾ ਤੋਂ ਚਲਾ ਜਾਂਦਾ ਹੈ। ਰਾਜ ਸਭਾ ਵਿੱਚ ਬੈਠਾ ਇੱਕ ਵਿਦਵਾਨ ਰਾਜਸੂਕਰ ਕਲਵੰਤ ਤੇ ਥੋੜਾ ਸ਼ੱਕ ਕਰਦਾ ਰਿਹਾ। ਉਸਨੇ ਆਪਣੇ ਵਫਾਦਾਰ ਜਾਸੂਸ ਨੂੰ ਕੁਲਵੰਤ ਦੇ ਪਿੱਛੇ ਲਗਾ ਦਿੱਤਾ।